तुमरी महिमा बरन न साकों। तू ठाकुर ऊच भगवाना। बेसुमार अथाह अगनत अतुल्य। ज्यों बुलावहो त्यों नानक दास बोले। ज्यों बुलावहो त्यों नानक दास बोले। सतनाम श्री वाहिगुरु साहिब जी। चरागे जहाने शुदह बुरकह पोष। शबे शह बरामद हमहा जलवह जोश। चरागे जहाने शुदह बुरकह पोष। शबे शह बरामद हमहा जलवह जोश। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तखत दे मालक। दसां पातशाहियां दी जोत गुरगद्दी ते सुभाए मान। धन धन श्री गुरु ग्रंथ साहिब महाराज जी दी पावन पवित्र हजूरी अंदर ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੁਆਓ ਸਮਾਂ ਹੋਇਆ ਹੈ ਕਥਾ ਵਿਚਾਰਾਂ ਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਆਪਾਂ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰਚਨਾ ਜੋ ਜ਼ਫਰਨਾਮਾ ਸਤਿਗੁਰਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਹਦੀ ਵਿਚਾਰ ਕਰ ਰਹੇ ਹਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੀਨੇ ਦੀ ਧਰਤੀ ਤੇ ਇਹ ਜ਼ਫਰਨਾਮਾ ਫਤਿਹ ਪੱਤਰ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ। ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਦੱਖਣ ਵਿੱਚ ਗਏ ਸੀ ਜ਼ਫਰਨਾਮੇ ਨੂੰ ਲੈ ਕੇ, ਜਿਹਨੂੰ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ। ਹੁਣ ਤੱਕ ਆਪਾਂ ਜ਼ਫਰਨਾਮੇ ਦੀਆਂ 41 ਬੈਂਤ 41 ਬੈਂਤਾਂ ਦੀ ਵਿਚਾਰ ਕਰ ਚੁੱਕੇ ਹਾਂ ਔਰ 2 ਦਿਨ ਹੋਰ ਆਪਾਂ ਇਸ ਪਾਵਨ ਬਾਣੀ ਦੀ ਵਿਚਾਰ ਕਰਨੀ ਹੈ। ਪਹਿਲੀ ਹਕਾਇਤ ਇੱਥੋਂ ਤੱਕ ਹੀ ਵਿਚਾਰ ਕਰਾਂਗੇ। ਵੈਸੇ 12 ਹਕਾਇਤਾਂ ਨੇ, ਇੰਨਾ ਆਪਾਂ ਕੋਲ ਸਮਾਂ ਨਹੀਂ ਵੀ ਸਾਰੀਆਂ ਹਕਾਇਤਾਂ ਦੀ ਵਿਚਾਰ ਕਰ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਨੂੰ ਜੋ ਜੋ ਕੁਝ ਉਹਨੇ ਕੀਤਾ, ਉਹਦੇ ਕਾਜ਼ੀਆਂ ਮੁਫਤੀਆਂ ਨੇ, ਉਹਦੇ ਜੰਗੀ ਜਰਨੈਲਾਂ ਨੇ ਜੋ ਜੋ ਕੁਝ ਕੀਤਾ, ਉਹ ਸਾਰਾ ਹਾਲ ਸਤਿਗੁਰਾਂ ਨੇ ਇਹਦੇ ਵਿੱਚ ਲਿਖਿਆ ਹੈ। ਕੱਲ ਆਪਾਂ ਸਰਵਣ ਕੀਤਾ ਹੈ ਵੀ ਮਹਾਰਾਜ ਨੇ ਚਮਕੌਰ ਦੇ ਜੰਗ ਦਾ ਹਾਲ ਲਿਖਿਆ।
ਔਰ ਔਰੰਗਜ਼ੇਬ ਨੂੰ ਕਿਹਾ ਵੀ ਔਰੰਗਜ਼ੇਬ, ਤੇਰੇ ਜਿਹੜੇ ਵੱਡੇ ਵੱਡੇ ਜਰਨੈਲ ਸਨ ਉਹ ਵੀ ਮੇਰੇ ਸਾਹਮਣੇ ਟਿਕੇ ਨਹੀਂ। ਖਵਾਜਾ ਮਰਦੂਦ ਵਰਗੇ ਉਹ ਜਾਨ ਬਚਾ ਕੇ ਭੱਜ ਗਏ। ਤੁਮਾਰਾ ਸੱਚੇ ਪਾਤਸ਼ਾਹ ਜੀ ਆਓ ਹੁਣ ਅੱਗੇ ਔਰੰਗਜ਼ੇਬ ਨੂੰ ਲਿਖ ਰਹੇ ਨੇ, ਕਹਿ ਰਹੇ ਨੇ, ਪਿਆਰ ਸਤਿਕਾਰ ਦੇ ਨਾਲ ਜ਼ਫਰਨਾਮੇ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਚਰਾਗੇ ਜਹਾਨੇ ਸ਼ੁਧਾ ਬੁਰਕਹ ਪੋਸ਼, ਸ਼ਬੇ ਸ਼ਹ ਬਰਾਮਦ ਹਮਹਾ ਜਲਵਹ ਜੋਸ਼। ਚਰਾਗੇ ਜਹਾਨੇ, ਜਹਾਨ ਦਾ ਚਿਰਾਗ, ਜਹਾਨ ਸੰਸਾਰ ਦਾ ਚਿਰਾਗ, ਸੰਸਾਰ ਦਾ ਦੀਵਾ ਕੀ ਹੈ? ਸੂਰਜ। ਸ਼ੁਧਾ ਬੁਰਕਹ ਪੋਸ਼, ਬੁਰਕਹ ਕਹਿੰਦੇ ਨੇ ਬੁਰਕੇ ਨੂੰ, ਪੋਸ਼ ਕਹਿੰਦੇ ਨੇ ਪੁਸ਼ਾਕ ਨੂੰ। ਸ਼ੁਧਾ ਮੈਨੇ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਐ ਔਰੰਗਜ਼ੇਬ, ਜਦੋਂ ਜਗਤ ਦਾ ਦੀਵਾ ਭਾਵ ਸੂਰਜ ਉਹਨੇ ਰਾਤ ਰੂਪ ਬੁਰਕਾ ਪਾ ਲਿਆ, ਇਸ ਪੁਸ਼ਾਕ ਦੇ ਪਹਿਨਣ ਵਾਲਾ ਹੋ ਗਿਆ, ਭਾਵ ਰਾਤ ਹੋ ਗਈ। ਜਦੋਂ ਜਗਤ ਦਾ ਦੀਵਾ ਘੁੰਡ ਕੱਢ ਬੈਠਾ, ਭਾਵ ਜਿਸ ਵੇਲੇ ਰਾਤ ਹੋ ਗਈ ਨਾ, ਚਮਕੌਰ ਦਾ ਜੰਗ ਹੁੰਦਿਆਂ, ਸ਼ਬੇ ਸ਼ਹ ਬਰਾਮਦ, ਸ਼ਬੇ ਕਹਿੰਦੇ ਨੇ ਰਾਤ ਨੂੰ, ਸ਼ਹ ਕਹਿੰਦੇ ਨੇ ਪਾਤਸ਼ਾਹ, ਬਰਾਮਦ ਮੈਨੇ ਆ ਗਿਆ। ਫਿਰ ਰਾਤ ਦਾ ਪਾਤਸ਼ਾਹ, ਰਾਤ ਦਾ ਪਾਤਸ਼ਾਹ ਕੀ ਹੈ? ਚੰਦਰਮਾ। ਕਹਿੰਦੇ ਦਿਨ ਡੁੱਬ ਗਿਆ, ਰਾਤ ਹੋਈ। ਰਾਤ ਦਾ ਪਾਤਸ਼ਾਹ ਚੰਦਰਮਾ ਆ ਗਿਆ। ਹਮਹਾ ਜਲਵਾ ਜੋਸ਼, ਹਮਾ ਮੈਨੇ ਸਾਰੇ, ਜਲਵਾ ਪ੍ਰਕਾਸ਼ ਤੇ ਜੋਸ਼ ਮੈਨੇ ਤੇਜੀ। ਚੰਦਰਮਾ ਬੜੀ ਤੇਜ਼ੀ ਦੇ ਨਾਲ ਪ੍ਰਕਾਸ਼ਿਤ ਹੋਇਆ। ਕਹਿਣ ਤੋਂ ਭਾਵ ਮਹਾਰਾਜ ਔਰੰਗਜ਼ੇਬ ਨੂੰ ਲਿਖਦੇ ਨੇ, ਔਰੰਗਜ਼ੇਬ, ਚਮਕੌਰ ਦਾ ਜੰਗ ਸਾਰਾ ਦਿਨ ਹੁੰਦਾ ਰਿਹਾ। ਜਦੋਂ ਦਿਨ ਡੁੱਬ ਗਿਆ, ਰਾਤ ਹੋਈ ਹੈ, ਚੰਦਰਮਾ ਆ ਗਿਆ, ਤਾਰਿਆਂ ਦੇ ਸਮੇਤ ਆਕਾਸ਼ ਦੇ ਵਿੱਚ ਉਹ ਉਦੇ ਹੋਇਆ ਹੈ। ਹਰਾਂ ਕਸ ਕੇ ਕੌਲੇ ਕੁਰਾਂ ਆਏ ਦਸ਼, ਕਿ ਯਜ਼ਦਾਂ ਬਰੋ ਰਹਿਨੁਮਾ ਆਏ ਦਸ਼। ਔਰੰਗਜ਼ੇਬ ਸੁਣ, ਹਰਾਂ ਕਸ ਕੇ, ਜਿਹੜਾ ਵੀ ਕੋਈ ਆਦਮੀ ਕੌਲੇ ਕੁਰਾਂ, ਕੁਰਾਨ ਦੇ ਕੌਲ ਦੇ ਉੱਪਰ, ਭਾਵ ਕੁਰਾਨ ਦੀ ਖਾਧੀ ਸਹੁੰ ਦੇ ਉੱਪਰ ਆਇਦਸ਼ ਆਉਂਦਾ ਹੈ। ਮਤਲਬ ਜਿਹੜਾ ਵੀ ਕੋਈ ਆਦਮੀ ਕੁਰਾਨ ਉੱਤੇ ਯਕੀਨ ਕਰਦਾ ਹੈ, ਉਹਦੀ ਸਹੁੰ ਦੇ ਉੱਪਰ ਭਰੋਸਾ ਕਰਦਾ ਹੈ ਕਿ ਯਜ਼ਦਾਂ ਬਰੋ, ਕਿ ਜੋ ਯਜ਼ਦਾ ਮੈਨੇ ਪਰਮਾਤਮਾ, ਬਰੋ ਮੈਨੇ ਉਹਦੇ ਉੱਪਰ, ਜੋ ਮਾਲਕ ਪਰਮਾਤਮਾ ਹੈ ਉਹ ਉਹਦੇ ਉੱਪਰ ਮਿਹਰ ਭਰਿਆ ਹੱਥ ਰੱਖਦਾ ਹੈ। ਰਹਿਨੁਮਾ ਆਏ ਦਸ਼, ਤੇ ਪਰਮਾਤਮਾ ਉਹਦਾ ਰਹਿਬਰ ਬਣਦਾ ਹੈ। ਅਥਵਾ ਰਹਿਨੁਮਾ, ਰਹਿ ਦਾ ਅਰਥ ਰਸਤਾ, ਨੁਮਾ ਦਾ ਅਰਥ ਵਿਖਾਉਣ ਵਾਲਾ, ਆਇਦਸ਼ ਮੈਨੇ ਆਉਂਦਾ ਹੈ। ਪਰਮਾਤਮਾ ਅਕਾਲ ਪੁਰਖ ਉਸ ਉੱਤੇ ਮਿਹਰ ਕਰਕੇ ਉਸ ਨੂੰ ਸਹੀ ਰਸਤੇ ਤੇ ਲੈ ਆਉਂਦਾ ਹੈ। ਉਹਨੂੰ ਆਪ ਹੀ ਮਾਲਕ ਸਹੀ ਰਸਤੇ ਤੇ ਤੋਰਦਾ ਹੈ। ਹਰਾਂ ਕਸ ਕੇ ਕੌਲੇ ਕੁਰਾਂ ਆਏ ਦਸ਼, ਕੇ ਯਜ਼ਦਾਂ ਬਰੋ ਰਹਿਨੁਮਾ ਆਏ ਦਸ਼। ਜਿਹੜਾ ਕੋਈ ਕੁਰਾਨ ਦੀ ਕਸਮ ਉੱਤੇ ਯਕੀਨ ਕਰਦਾ ਹੈ, ਪਰਮਾਤਮਾ ਅਕਾਲ ਪੁਰਖ ਮਿਹਰ ਕਰਕੇ ਉਸ ਨੂੰ ਸਹੀ ਰਸਤੇ ਤੇ ਲਿਆਉਂਦਾ ਹੈ। ਤੁਸੀਂ ਕਸਮ ਖਾਧੀ ਤੇ ਅਸੀਂ ਯਕੀਨ ਕੀਤਾ ਹੈ, ਤੇ ਮਾਲਕ ਪਰਮਾਤਮਾ ਨੇ ਹੀ ਮੈਨੂੰ ਇਹ ਸਹੀ ਰਸਤੇ ਤੇ ਲੈ ਕੇ ਆਂਦਾ ਹੈ। ਨਾ ਪੇਚੀਦ ਮੂਏ ਨਾ ਰੰਜੀਦ ਤਨ, ਕੇ ਬੇਰੂ ਖੁਦ ਆਵਰਦ ਦੁਸ਼ਮਨ ਸ਼ਿਕਨ। ਦੇਖ ਔਰੰਗਜ਼ੇਬ, ਤੇਰੀ 10 ਲੱਖ ਫੌਜ ਨੇ ਘੇਰਾ ਪਾਇਆ, ਤੇ ਪਰਮਾਤਮਾ ਮੈਨੂੰ ਉਸ ਘੇਰੇ ਦੇ ਵਿੱਚੋਂ ਸੁਰੱਖਿਅਤ ਬਾਹਰ ਲੈ ਕੇ ਆ ਗਿਆ। ਨਾ ਪੇਚੀਦ ਮੂਏ, ਪੇਚੀਦ ਕਹਿੰਦੇ ਨੇ ਵਿੰਗੇ ਨੂੰ, ਮੂਏ ਫਾਰਸੀ ਵਿੱਚ ਕਹਿੰਦੇ ਨੇ ਵਾਲਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਔਰੰਗਜ਼ੇਬ ਤੇਰੀ 10 ਲੱਖ ਫੌਜ ਦਾ ਘੇਰਾ ਸੀ, ਪਰ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ। ਨਾ ਰੰਜੀਦ ਤਨ, ਤੇ ਮੇਰੇ ਤਨ ਨੂੰ ਕੋਈ ਦੁੱਖ ਨਹੀਂ ਦੇ ਸਕੇ। ਰੰਜੀਦ ਤਨ, ਰੰਜੀਦ ਦਾ ਅਰਥ ਦੁੱਖ ਹੁੰਦਾ ਹੈ।
महाराज कहते मैनू फड़ तक नहीं सकी तेरी 10 लाख फौज। ਆਪਾਂ ਸਾਹਿਬ ਦੇ ਬਚਨ ਬਾਣੀ ਵਿੱਚ ਪੜ੍ਹਦੇ ਹਾਂ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਪਰਮਾਤਮਾ ਜੀ ਦੇ ਪੱਖ ਵਿੱਚ ਖੜਾ ਹੋ ਜਾਵੇ, ਮਾਲਕ ਜਿਹਦੇ ਤੇ ਕਿਰਪਾ ਕਰ ਦੇਵੇ, ਭਾਵੇਂ ਸਾਰੀ ਦੁਨੀਆ ਉਹਦੇ ਪਿੱਛੇ ਹੱਥ ਧੋ ਕੇ ਪੈ ਜਾਏ, ਉਹਦਾ ਵਾਲ ਵੀ ਕੋਈ ਬਾਂਕਾ ਵਿੰਗਾ ਨਹੀਂ ਕਰ ਸਕਦਾ। ਨਾ ਪੇਚੀਦ ਮੂਏ ਨਾ ਰੰਜੀਦ ਤਨ। ਤੇ ਜਿਸ ਮਨੁੱਖ ਦਾ ਭਰੋਸਾ ਹੁੰਦਾ ਹੈ ਪਰਮਾਤਮਾ ਤੇ, ਉਹਦਾ ਨਾ ਕੋਈ ਰੋਮ ਵਿੰਗਾ ਹੁੰਦਾ ਹੈ ਤੇ ਨਾ ਹੀ ਉਹਦੇ ਤਨ ਨੂੰ ਕੋਈ ਦੁੱਖ ਹੁੰਦਾ ਹੈ। ਕਿ ਬੇਰੂ ਖੁਦ ਆਵੁਰਦ ਦੁਸ਼ਮਨ ਸ਼ਿਕਨ। ਕਿਉਂਕਿ ਉਹ ਪਰਮਾਤਮਾ ਦੁਸ਼ਮਨ ਸ਼ਿਕਨ, ਸ਼ਿਕਨ ਦਾ ਅਰਥ ਹੁੰਦਾ ਤੋੜਨਾ, ਖਤਮ ਕਰਨਾ। ਦੁਸ਼ਮਣਾਂ ਨੂੰ ਖਤਮ ਕਰਕੇ ਆਪ ਹੀ ਪਰਮਾਤਮਾ ਉਹਨੂੰ ਦੁਸ਼ਮਣਾਂ ਦੇ ਘੇਰੇ ਵਿੱਚੋਂ ਬਾਹਰ ਲੈ ਆਉਂਦਾ ਹੈ। ਜਿਵੇਂ ਮਾਲਕ ਪਰਮਾਤਮਾ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ, 10 ਲੱਖ ਫੌਜ ਦਾ ਘੇਰਾ ਸੀ, ਪਰਮਾਤਮਾ ਮੈਨੂੰ ਉਸ ਘੇਰੇ ਦੇ ਵਿੱਚੋਂ ਬਾਹਰ ਲੈ ਕੇ ਆ ਗਿਆ। ਜਿਹੜਾ ਭਰੋਸੇ ਵਾਲਾ ਹੈ ਉਹਨੂੰ ਪਰਮਾਤਮਾ ਆਪ ਹੀ ਦੁਸ਼ਮਣਾਂ ਦੇ ਘੇਰੇ ਵਿੱਚੋਂ ਬਾਹਰ ਕੱਢਦਾ ਹੈ। ਅੱਗੇ ਮਹਾਰਾਜ ਲਿਖਦੇ ਨੇ, ਨਾ ਦਾਨਮ ਕੇ ਈ ਮਰਦ ਪੈਮਾ ਸ਼ਿਕਨ, ਕਿ ਦੌਲਤ ਪਰਸਤ ਅਸਤ ਈਮਾ ਫਿਕਨ। ਨਾ ਦਾਨਮ, ਔਰੰਗਜ਼ੇਬ ਨਾ ਦਾਨਮ, ਮੈਂ ਨਹੀਂ ਜਾਣਦਾ ਸੀ ਕਿ ਈ ਮਰਦ, ਕਿ ਇਹ ਜਿਹੜਾ ਮਰਦ ਹੈ ਨਾ ਔਰੰਗਜ਼ੇਬ, ਪੈਮਾ ਸ਼ਿਕਨ, ਪੈਮਾ ਕਹਿੰਦੇ ਨੇ ਬਚਨ ਨੂੰ, ਸ਼ਿਕਨ ਕਹਿੰਦੇ ਨੇ ਤੋੜਨਾ, ਬਚਨ ਨੂੰ ਤੋੜਨ ਵਾਲਾ ਹੈ, ਇਕਰਾਰ ਨੂੰ ਤੋੜਨ ਵਾਲਾ ਹੈ। ਮੈਂ ਨਹੀਂ ਜਾਣਦਾ ਸੀ ਕਿ ਇਹ ਮਰਦ ਔਰੰਗਜ਼ੇਬ ਇਕਰਾਰ ਤੋੜਨ ਵਾਲਾ ਹੈ। ਕਿ ਦੌਲਤ ਪ੍ਰਸਤ ਅਸਤ, ਤੇ ਦੌਲਤ ਦਾ ਪੁਜਾਰੀ ਹੈ, ਮਾਇਆ ਦਾ ਪੁਜਾਰੀ ਹੈ, ਧਨ ਦਾ ਪੁਜਾਰੀ ਹੈ। ਈਮਾ ਫਿਕਨ, ਈਮਾ ਈਮਾਨ ਨੂੰ, ਫਿਕਨ ਦਾ ਅਰਥ ਹੁੰਦਾ ਫੈਂਕਣ ਵਾਲਾ, ਭਾਵ ਧਰਮ ਨੂੰ ਧੱਕਾ ਦੇਣ ਵਾਲਾ ਹੈ। ਔਰੰਗਜ਼ੇਬ ਮੈਂ ਨਹੀਂ ਸੀ ਜਾਣਦਾ ਵੀ ਤੂੰ ਦੌਲਤ ਦਾ ਪੁਜਾਰੀ ਹੈ ਤੇ ਧਰਮ ਨੂੰ ਤੂੰ ਧੱਕਾ ਦੇਣ ਵਾਲਾ ਹੈ, ਭਾਵ ਤੂੰ ਧਰਮੀ ਨਹੀਂ, ਤੇਰੇ ਅੰਦਰ ਧਰਮ ਨਹੀਂ, ਇਨਸਾਨੀਅਤ ਨਹੀਂ ਤੇਰੇ ਅੰਦਰ ਹੈ ਔਰੰਗਜ਼ੇਬ। ਨਾ ਈਮਾ ਪਰਸਤੀ ਨਾ ਔਜ਼ਾਏ ਦੀ। ਹੁਣ ਦੱਦੇ ਬਿਹਾਰੀ ਉੱਤੇ ਬਿੰਦੀ ਲੱਗੀ ਹੈ ਦੀ, ਉਹ ਜਿਹੜੀ ਬਿੰਦੀ ਹੈ ਉਹਨੇ ਫਾਰਸੀ ਦੇ ਵਿੱਚ ਨੂਨ ਦਾ ਕੰਮ ਕਰਨਾ ਹੈ, ਪੰਜਾਬੀ 'ਚ ਗੁਰਮੁਖੀ ਜਿਹਨੂੰ ਆਪਾਂ ਨੰਨਾ ਕਹਿੰਦੇ ਆ, ਦੀ, ਦੀ ਤੋਂ ਭਾਵ ਦੀਨ। ਨਾ ਈਮਾ ਪਰਸਤੀ, ਔਰੰਗਜ਼ੇਬ ਈਮਾ ਈਮਾਨ, ਤੂੰ ਈਮਾਨ ਪ੍ਰਸਤ ਨਹੀਂ ਹੈ, ਤੂੰ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ। ਮਹਾਰਾਜ ਕਹਿੰਦੇ ਤੂੰ ਈਮਾਨ ਧਰਮ ਦੇ ਪਾਲਣ ਵਾਲਾ ਨਹੀਂ ਹੈ। ਨਾ ਔਜ਼ਾਏ ਦੀਨ, ਔਜ਼ਾਏ ਦਾ ਅਰਥ ਸਹਾਇਤਾ, ਤੇ ਨਾ ਹੀ ਧਰਮ ਦੀ ਸਹਾਇਤਾ ਕਰਨ ਵਾਲਾ ਹੈ। ਤੂੰ ਤਾਂ ਸਗੋਂ ਦੂਜਿਆਂ ਤੇ ਜ਼ੁਲਮ ਕਰਕੇ ਉਹਨਾਂ ਦੇ ਧਰਮ ਦੇ ਹੱਕ ਨੂੰ ਖੋਹਣ ਵਾਲਾ ਹੈ। ਸਹਾਇਤਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਉਹ ਧਰਮ ਦੇ ਸਹਾਇਕ ਨੇ। ਦੁਖੀਆਂ ਬ੍ਰਾਹਮਣਾਂ ਨੇ ਜਾ ਕੇ ਪੁਕਾਰ ਕੀਤੀ, ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਬਾਂਹ ਫੜੀ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਬਾਣੀ ਵਿੱਚ, ਤਿਲਕ ਜੰਨੂ ਰਾਖਾ ਪ੍ਰਭਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਤਿਲਕ ਤੇ ਜੰਨੂ ਉਹਨਾਂ ਦੇ ਧਰਮ ਦੀ ਸਹਾਇਤਾ ਕੀਤੀ, ਰੱਖਿਆ। ਨਾ ਔਜ਼ਾਏ ਦੀ, ਤੂੰ ਧਰਮ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਔਜ਼ਾਏ ਦਾ ਅਰਥ ਵਿਦਵਾਨ ਢੰਗ ਵੀ ਕਰਦੇ ਨੇ, ਤਰੀਕਾ ਵੀ ਕਰਦੇ ਨੇ। ਨਾ ਈਮਾ ਪਰਸਤੀ ਨਾ ਔਜ਼ਾਏ ਦੀ, ਤੂੰ ਈਮਾਨ ਪ੍ਰਸਤ ਨਹੀਂ ਹੈ, ਧਰਮ ਦੇ ਪਾਲਣਾ ਵਾਲਾ ਨਹੀਂ ਹੈ, ਤੇ ਨਾ ਹੀ ਤੈਨੂੰ ਕੋਈ ਧਰਮ ਦਾ ਢੰਗ ਤਰੀਕਾ ਆਉਂਦਾ ਹੈ। ਨਾ ਸਾਹਿਬ ਸ਼ਨਾਸ਼ੀ ਨਾ ਮੁਹੰਮਦ ਯਕੀਨ, ਤੇ ਸਾਹਿਬ ਪਰਮੇਸ਼ਰ ਦੀ ਵੀ ਤੈਨੂੰ ਪਛਾਣ ਨਹੀਂ ਹੈ। ਨਾ ਮੁਹੰਮਦ ਯਕੀਨ, ਤੇ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਵੀ ਯਕੀਨ ਨਹੀਂ ਹੈ, ਤੈਨੂੰ ਤਾਂ ਮੁਹੰਮਦ ਤੇ ਵੀ ਭਰੋਸਾ ਨਹੀਂ ਹੈ। ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ। ਜੇ ਮੁਹੰਮਦ ਸਾਹਿਬ ਤੇ ਭਰੋਸਾ ਹੁੰਦਾ ਔਰੰਗਜ਼ੇਬ, ਤੇ ਕੁਰਾਨ ਦੀ ਖਾਧੀ ਕਸਮ ਤੋਂ ਡਰ ਦੋ ਵੀ ਮੈਂ ਕਸਮ ਖਾਧੀ ਹੈ, ਪਰ ਤੁਸੀਂ ਮੁੱਕਰ ਗਏ। ਮਹਾਰਾਜ ਕਹਿੰਦੇ ਤੈਨੂੰ ਪਰਮਾਤਮਾ ਦੀ ਵੀ ਪਛਾਣ ਨਹੀਂ, ਉਹ ਤੂੰ ਆਪਣੇ ਆਪ ਨੂੰ ਸੱਚਾ ਮੁਸਲਮਾਨ ਕਹਾਉਣਾ ਹੈ, ਤੈਨੂੰ ਤਾਂ ਮੁਹੰਮਦ ਸਾਹਿਬ ਤੇ ਵੀ ਭਰੋਸਾ ਨਹੀਂ, ਤੁਸੀਂ ਕੁਰਾਨ ਦੀਆਂ ਕਸਮਾਂ ਖਾ ਕਰਕੇ ਮੁੱਕਰ ਗਏ। ਹਰਾਂ ਕਸ ਕੇ ਈਮਾ ਪਰਸਤੀ ਕੁਨਦ, ਨਾ ਪੈਮਾ ਖੁਦਸ਼ ਪੇਸ਼ ਪਸਤੀ ਕੁਨਦ। ਹਰਾਂ ਕਸ ਕੇ, ਜਿਹੜਾ ਵੀ ਕੋਈ ਮਨੁੱਖ
ਈਮਾ ਪਰਸਤੀ ਕੁਨਦ, ਈਮਾਨ ਦੇ ਪਾਲਣ ਵਾਲਾ ਹੁੰਦਾ ਹੈ। ਅਥਵਾ ਜੋ ਕੋਈ ਮਨੁੱਖ ਈਮਾਨ ਨੂੰ ਪਾਲਣਾ ਕਰਦਾ ਹੈ, ਨਾ ਪੈਮਾ, ਨਾ ਮੈਨੇ ਨਹੀਂ, ਪੈਮਾ ਮੈਨੇ ਬਚਨ ਨੂੰ, ਖੁਦ ਮੈਨੇ ਆਪ, ਪੇਸ਼ ਦਾ ਅਰਥ ਹੁੰਦਾ ਹੈ ਅੱਗੇ ਤੇ ਪਸਤੀ ਮੈਨੇ ਪਿੱਛੇ, ਕੁਨਦ ਮੈਨੇ ਕਰਦਾ। ਜਿਹੜਾ ਕੋਈ ਮਨੁੱਖ ਈਮਾਨ ਪ੍ਰਸਤ ਹੁੰਦਾ ਹੈ, ਜਿਹੜਾ ਧਰਮੀ ਹੁੰਦਾ ਹੈ, ਧਰਮ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ, ਉਹ ਆਪਣੇ ਕਹੇ ਹੋਏ ਬਚਨਾਂ ਨੂੰ ਅੱਗੇ ਪਿੱਛੇ ਨਹੀਂ ਕਰਦਾ। ਮਤਲਬ ਕਿ ਉਹ ਆਪਣੇ ਕਹੇ ਬਚਨਾਂ ਤੋਂ ਮੁੱਕਰਦਾ ਨਹੀਂ ਹੈ। ਜੋ ਉਹਨੇ ਬਚਨ ਕਰ ਦਿੱਤਾ ਸੋ ਕਰ ਦਿੱਤਾ। ਉਹ ਕਦੀ ਬਚਨਾਂ ਤੋਂ ਨਹੀਂ ਫਿਰਦਾ ਵੀ ਗੱਲ ਕਹਿ ਦਿੱਤੀ ਬਚ ਮੁੱਕਰ ਗਿਆ। ਹਜੂਰ ਦੇ ਬਚਨ ਪੜ੍ਹਦੇ ਹਾਂ ਆਪਾਂ ਬਾਣੀ ਦੇ ਵਿੱਚ। ਸਾਹਿਬ ਜੀ ਲਿਖਦੇ ਨੇ, ਬਚਨ ਕਰੇ ਤੈ ਖਿਸਕ ਜਾਏ, ਬੋਲੇ ਸਭ ਕੱਚਾ, ਅੰਦਰਹੁ ਥੋਥਾ ਕੂੜਿਆਰ, ਕੂੜੀ ਸਭ ਖੱਚਾ। ਇੱਕ ਸੰਸਾਰੀ ਮਨੁੱਖ ਜਿਹੜਾ ਮਾਇਆ ਵਿੱਚ ਗਰਸਿਆ ਹੋਇਆ, ਉਹਦਾ ਹਾਲ ਮਹਾਰਾਜ ਲਿਖਦੇ ਨੇ। ਕਹਿੰਦੇ ਵੀ ਉਹ ਬੰਦਾ ਜਿਹੜਾ ਮਾਇਆ ਵਿਹੜਿਆ ਹੈ, ਉਹ ਜਿਹੜਾ ਬਚਨ ਕਰਦਾ ਹੈ ਉਹ ਤੋਂ ਖਿਸਕ ਜਾਂਦਾ, ਮੁੱਕਰ ਜਾਂਦਾ ਹੈ। ਅੰਦਰੋਂ ਉਹ ਥੂਥਾ ਹੈ, ਖਾਲੀ ਹੈ, ਝੂਠਾ ਹੈ। ਉਹਦੀਆਂ ਗੱਲਾਂ ਅੰਦਰੀਆਂ ਗੱਪਾਂ ਹੀ ਨੇ, ਹੋਰ ਕੁਝ ਨਹੀਂ। ਤੋ ਇਸ ਲਈ ਮਹਾਰਾਜ ਕਹਿੰਦੇ, ਔਰੰਗਜ਼ੇਬ ਹਰਾਂ ਕਸ ਕੇ ਈਮਾ ਪਰਸਤੀ ਕੁਨਦ, ਨਾ ਪੈਮਾ ਖੁਦਸ਼ ਪੇਸ਼ ਪਸਤੀ ਕੁਨਦ। ਜਿਹੜਾ ਕੋਈ ਈਮਾਨ ਪ੍ਰਸਤ ਹੁੰਦਾ ਹੈ, ਉਹ ਮਨੁੱਖ ਆਪਣੇ ਕਹੇ ਹੋਏ ਬਚਨਾਂ ਤੋਂ ਕਦੀ ਮੁੱਕਰਦਾ ਨਹੀਂ ਹੈ। ਕਿ ਈ ਮਰਦਰਾ ਜ਼ਰਹਾ ਐਤਬਾਰ ਨੇਸਤ, ਚੇ ਕਸਮੇ ਕੁਰਾਨ ਅਸਤ ਯਜ਼ਦਾਂ ਯਕੇਸਤ। ਕਿ ਈ ਮਰਦਰਾ ਜ਼ਰਹਾ ਐਤਬਾਰ ਨੇਸਤ। ਜੋ ਇਹ ਔਰੰਗਜ਼ੇਬ ਆਪਣੇ ਆਪ ਨੂੰ ਮਰਦ ਕਹਾਉਂਦਾ ਹੈ, ਜ਼ਰਹਾ ਐਤਬਾਰ ਨੇਸਤ। ਮਹਾਰਾਜ ਕਹਿੰਦੇ ਜਰਾ ਜਿੰਨਾ, ਰੰਚਕ ਜਿੰਨਾ ਵੀ ਇਹਦੇ ਤੇ ਹੁਣ ਇਤਬਾਰ ਨਹੀਂ ਹੈ। ਇਸ ਮਰਦ ਨੂੰ ਜਰਾ ਜਿੰਨਾ ਇਤਬਾਰ ਨਹੀਂ ਹੈ ਵੀ ਕੁਰਾਨ ਦੀ ਸਹੁੰ ਕੀ ਸ਼ੈ ਹੁੰਦੀ ਹੈ। ਜੇ ਇਹਨੂੰ ਕੁਰਾਨ ਦੀ ਸਹੁੰ ਤੇ ਭਰੋਸਾ ਹੁੰਦਾ ਤੇ ਇਹ ਮੁਕਰਦਾ ਨਾ। ਚੇ ਕਸਮੇ ਕੁਰਾਨ ਅਸਤ ਯਜ਼ਦਾਂ ਯਕੇਸਤ। ਇਹਨੂੰ ਤਾਂ ਪਤਾ ਹੀ ਨਹੀਂ ਕੁਰਾਨ ਦੀ ਕਸਮ ਕੀ ਹੁੰਦੀ ਹੈ। ਔਰੰਗਜ਼ੇਬ, ਕੁਰਾਨ ਦੀਆਂ ਕਸਮਾਂ ਖਾ ਕੇ ਮੁਕਰ ਗਿਓ ਤੂੰ ਨਹੀਂ ਜਾਣਦਾ ਵੀ ਇਸਲਾਮੀ ਧਰਮ ਗ੍ਰੰਥ ਹੈ ਕੁਰਾਨ, ਤੇ ਕਸਮਾਂ ਖਾ ਕੇ ਮੁਕਰ ਗਏ ਤੁਸੀਂ ਯਜ਼ਦਾਂ ਯਕੇਸਤ। ਤੇ ਨਾ ਹੀ ਤੈਨੂੰ ਇਹ ਥੋੜਾ ਜਿੰਨਾ ਵੀ ਇਤਬਾਰ ਕੀ ਪਰਮਾਤਮਾ ਇੱਕ ਹੈ। ਤੂੰ ਤਾਂ ਪਰਮਾਤਮਾ ਤੇ ਵੀ ਯਕੀਨ ਨਹੀਂ ਕਰਦਾ, ਤੂੰ ਤਾਂ ਕੁਰਾਨ ਦੀ ਸਹੁੰ ਤੇ ਵੀ ਯਕੀਨ ਨਹੀਂ ਕਰਦਾ। ਇਸ ਲਈ ਔਰੰਗਜ਼ੇਬ ਹੁਣ ਤੇਰਾ ਰਤਾ ਜਿੰਨਾ ਵੀ ਭਰੋਸਾ ਨਹੀਂ ਰਿਹਾ। ਚੋ ਕਸਮੇ ਕੁਰਾਂ ਸਦ ਕੁਨਦ ਇਖਤਿਆਰ, ਮਰਾ ਕਤਰਹਾ ਨਿਆਇਦ ਅਜ਼ੋ ਐਤਵਾਰ। ਚੋ ਮੈਨੇ ਜੇਕਰ ਕਸਮੇ ਕੁਰਾਨ ਦੀਆਂ ਕਸਮਾਂ, ਸਦ ਮੈਨੇ ਸੈਂਕੜੇ, ਕੁਨਦ ਮੈਨੇ ਕਰੇ, ਇਖਤਿਆਰ ਮੈਨੇ ਅੰਗੀਕਾਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਜੇਕਰ ਹੁਣ ਤੂੰ ਔਰੰਗਜ਼ੇਬ ਕੁਰਾਨ ਦੀਆਂ ਸੈਂਕੜੇ ਹੀ ਕਸਮਾਂ ਅੰਗੀਕਾਰ ਕਰੇ, ਭਾਵ ਜੇਕਰ ਹੁਣ ਤੂੰ 100 ਵਾਰ ਵੀ ਕੁਰਾਨ ਦੀ ਕਸਮ ਖਾਵੇਂ ਨਾ ਮੇਰੇ ਸਾਹਮਣੇ, ਮਰਾ ਕਤਰਹਾ ਨਿਆਇਦ ਅਜ਼ੋ ਐਤਬਾਰ। ਮਰਾ ਮੈਨੇ ਮੇਰਾ, ਕਤਰਾ ਛੋਟਾ ਜਿਹਾ ਬੂੰਦ, ਰੰਚਕ ਮਾਤਰ, ਨਿਆਇਦ ਨਹੀਂ ਆਵੇਗਾ, ਅਜ਼ੋ ਉਸ ਤੇਰੀ ਸਹੁੰ ਦੇ ਉੱਪਰ ਐਤਬਾਰ ਭਰੋਸਾ। ਜੇ ਹੁਣ ਤੂੰ 100 ਵਾਰ ਵੀ ਕੁਰਾਨ ਦੀ ਕਸਮ ਮੇਰੇ ਸਾਹਮਣੇ ਖਾਵੇਂ ਤੇ ਮੇਰਾ ਰੰਚਕ ਮਾਤਰ ਵੀ ਤੇਰੀ ਉਸ ਸਹੁੰ ਦੇ ਉੱਪਰ ਭਰੋਸਾ ਨਹੀਂ ਆਵੇਗਾ, ਕਿਉਂਕਿ ਤੂੰ ਪਹਿਲਾਂ ਸਹੁੰ ਖਾ ਕੇ ਮੁਕਰ ਚੁੱਕਿਆ ਹੈ। ਇੱਕ ਪੰਜਾਬੀ ਦੀ ਕਹਾਵਤ ਹੈ ਵੀ ਮਰੇ ਮੁਕਰੇ ਦਾ ਕੋਈ ਦਾਰੂ ਨਹੀਂ। ਜਿਹੜਾ ਮਰ ਗਿਆ ਉਹ ਤੇ ਮਰ ਹੀ ਗਿਆ, ਤੇ ਜਿਹੜਾ ਮੁਕਰ ਗਿਆ ਉਹਦਾ ਵੀ ਕੋਈ ਦਾਰੂ ਨਹੀਂ। ਔਰੰਗਜ਼ੇਬ ਤੂੰ ਕੁਰਾਨ ਦੀਆਂ ਕਸਮਾਂ ਖਾ ਕੇ ਮੁਕਰੇ ਹੋ, ਜੇ ਹੁਣ ਸੈਂਕੜੇ ਵੀ ਕਸਮਾਂ ਮੇਰੇ ਸਾਹਮਣੇ ਖਾਵੇਂ ਤਾਂ ਵੀ ਤੇਰਾ ਕੋਈ ਭਰੋਸਾ ਨਹੀਂ ਹੈ। ਅਗਰਚੇ ਤੁਰਾ ਐਤਬਾਰ ਆਮਦੇ, ਕਮਰ ਬਸਤ ਹੈ ਪੇਸ਼ਵਾ ਆਮਦੇ। ਅਗਰਚ ਜੇਕਰ, ਤੁਰਾ ਮੈਨੇ ਤੇਰੇ, ਐਤਬਾਰ ਮੈਨੇ ਭਰੋਸਾ, ਆਮਦੇ ਮੈਨੇ ਆਉਂਦਾ। ਜੇਕਰ ਤੈਨੂੰ ਸਾਡੇ ਤੇ ਇਤਬਾਰ ਹੁੰਦਾ, ਜਾਂ ਇਉਂ ਕਹਿ ਲੋ ਵੀ ਐ ਔਰੰਗਜ਼ੇਬ, ਜੇਕਰ ਤੈਨੂੰ
ਕੁਰਾਨ ਦੀ ਖਾਧੀ ਹੋਈ ਕਸਮ ਉੱਤੇ ਭਰੋਸਾ ਹੁੰਦਾ, ਕਮਰ ਬਸਤ ਹੈ ਤਾਂ ਕਮਰ ਕੱਸਾ ਕਰਕੇ ਕਮਰ ਲੱਕ ਬੰਨ ਕੇ ਤੂੰ ਸਾਹਮਣੇ ਆਉਂਦਾ, ਪੇਸ਼ਵਾ ਮੈਨੇ ਅੱਗੇ ਆਮਦੇ ਆਉਂਦਾ। ਜੇ ਤੈਨੂੰ ਭਰੋਸਾ ਹੁੰਦਾ, ਕਿਉਂਕਿ ਕੌਲ ਕੀਤਾ ਸੀ ਤੂੰ ਮਿਲਣ ਦਾ, ਪੱਤਰਕਾ ਭੇਜੀ ਸੀ, ਮਿਲਣਾ ਚਾਹੁੰਦਾ ਹਾਂ। ਜੇ ਤੈਨੂੰ ਆਪਣੀ ਕਹੀ ਗੱਲ ਉੱਤੇ ਇਤਬਾਰ ਭਰੋਸਾ ਹੁੰਦਾ ਤੇ ਕਮਰ ਕੱਸਾ ਕਰਕੇ ਲੱਕ ਬੰਨ ਹੋ ਕੇ ਸਨੱਧਬੱਧ ਹੋ ਕਰਕੇ ਮੇਰੇ ਸਾਹਮਣੇ ਆ ਜਾਂਦਾ। ਅਥਵਾ ਜੇ ਤੈਨੂੰ ਹੁਣ ਵੀ ਭਰੋਸਾ ਹੈ ਆਪਣੀ ਗੱਲ ਤੇ ਮਹਾਰਾਜ ਕਹਿੰਦੇ ਔਰੰਗਜ਼ੇਬ ਆ ਮੇਰੇ ਸਾਹਮਣੇ ਆ ਜਾ ਤੂੰ। ਅੱਗੇ ਮਹਾਰਾਜ ਲਿਖਦੇ ਨੇ ਕਿ ਫਜ਼ਰ ਅਸਤ ਬਰਸਰ ਤੁਰਾਂ ਈ ਸੋਖਨ ਕਿ ਕੌਲੇ ਖੁਦਾ ਅਸਤ ਕਸਮ ਅਸਤ ਮਨ। ਕਿ ਜੋ ਫਰਜ਼ ਹੈ, ਜਿਹੜਾ ਫਰਜ਼ ਹੁਣ ਤੇਰੇ ਸਿਰ ਤੇ ਬਣਦਾ ਹੈ ਉਹ ਇਹ ਹੈ ਵੀ ਜਿਹੜਾ ਬਚਨ ਕੀਤਾ ਹੈ ਉਹਨੂੰ ਪੂਰਾ ਕਰ। ਕਿ ਕੌਲੇ ਖੁਦਾ ਅਸਤ ਕਸਮ ਅਸਤ ਮਨ। ਤੇਰੇ ਸਿਰ ਉੱਤੇ ਐ ਔਰੰਗਜ਼ੇਬ ਇਸ ਬਚਨ ਨੂੰ ਪੂਰਾ ਕਰਨ ਦਾ ਫਰਜ਼ ਬਣਦਾ ਹੈ, ਕਿਉਂਕਿ ਤੂੰ ਕੌਲ ਕੀਤਾ ਮੇਰੇ ਨਾਲ ਤੇ ਕਸਮ ਖਾਧੀ ਹੈ ਖੁਦਾ ਦੀ ਵੀ ਮੈਂ ਬਚਨ ਪੂਰਾ ਕਰਾਂਗਾ। ਉਸ ਬਚਨ ਨੂੰ ਪੂਰਿਆਂ ਕਰਨ ਲਈ ਤੂੰ ਸਹੁੰ ਖਾਧੀ ਹੈ, ਪਰ ਮੁੱਕਰੇ ਹੋ ਤੁਸੀਂ ਸਾਰੇ ਹੀ। ਅਗਰ ਹਜ਼ਰਤੇ ਖੁਦ ਸ਼ਿਤਾਦਹ ਸ਼ਬਦ ਬਜਾਨੋ ਦਿਲੇ ਕਾਰ ਵਾਜ਼ਹ ਸ਼ਬਦ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਗਰ, ਜੇਕਰ ਹਜ਼ਰਤੇ, ਜੇਕਰ ਇਹ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਤੂੰ ਆਪ ਸਿਤੱਦ ਹੈ ਖੜਾ ਸ਼ਬਦ ਹੋਵੇਂ, ਜੇਕਰ ਤੂੰ ਆਪ ਮੇਰੇ ਸਾਹਮਣੇ ਖੜਾ ਹੋਵੇਂ, ਸਾਹਮਣੇ ਖਲੋਤਾ ਹੋਵੇਂ, ਬਾ ਜਾਨੋ ਦਿਲੇ, ਬਾ ਮੈਨੇ ਸਾਥ ਜਾਂ ਨਾਲ, ਜਾਨੋ ਦਿਲੇ ਦਿਲ ਜਾਨ ਨਾਲ, ਕਾਰ ਇਹ ਕੰਮ ਵਾਜ਼ਹ ਪ੍ਰਗਟ ਸ਼ਬਦ ਹੋ ਜਾਵੇ। ਐ ਔਰੰਗਜ਼ੇਬ ਜੇ ਤੂੰ ਮੇਰੇ ਸਾਹਮਣੇ ਖਲੋਤਾ ਹੋਵੇਂ ਤੇ ਇਹ ਕੰਮ ਦਿਲੋਂ ਜਾਨੋਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੋ ਜਾਵੇ, ਪ੍ਰਗਟ ਹੋ ਜਾਵੇ। ਪਰ ਤੂੰ ਤਾਂ ਉੱਥੇ ਬੈਠਾ ਹੈ, ਇੱਥੇ ਤੇਰੇ ਜਰਨੈਲ ਕਾਜ਼ੀ ਪਤਾ ਨਹੀਂ ਉਹ ਕੀ ਕਰਦੇ ਫਿਰਦੇ ਨੇ। ਅਥਵਾ ਹਜ਼ਰਤੇ ਦਾ ਅਰਥ ਵਿਦਵਾਨ ਹਜ਼ਰਤ ਮੁਹੰਮਦ ਵੀ ਕਰਦੇ ਨੇ। ਮਹਾਰਾਜ ਕਹਿਣ ਲੱਗੇ ਇਹ ਔਰੰਗਜ਼ੇਬ ਜੇ ਆਪਣੇ ਦੋਵਾਂ ਵਿੱਚ ਹਜ਼ਰਤ ਮੁਹੰਮਦ ਸਾਹਿਬ ਖਲੋਤੇ ਹੋਣ ਤੇ ਸੱਚੇ ਦਿਲੋਂ ਨਿਆਂ ਕਰਤਾ ਹੋਣ ਤਾਂ ਇਹ ਜਿਹੜੀ ਸਾਰੀ ਗੱਲ ਹੈ ਸਾਰਿਆਂ ਦੇ ਸਾਹਮਣੇ ਸਪਸ਼ਟ ਹੋ ਜਾਵੇਗੀ। ਹਜ਼ਰਤ ਦਾ ਅਰਥ ਪਰਮਾਤਮਾ ਵੀ ਕੀਤਾ ਜਾਂਦਾ ਹੈ। ਔਰੰਗਜ਼ੇਬ ਜੇਕਰ ਪਰਮਾਤਮਾ ਆਪ ਨਿਆਂ ਕਰਨ ਨੂੰ ਤੇਰੇ ਤੇ ਮੇਰੇ ਵਿੱਚ ਖਲੋਤਾ ਹੋਵੇ ਤਾਂ ਸੱਚੇ ਹਿਰਦੇ ਨਾਲ ਇਹ ਸਾਰੀ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਵੀ ਕੌਣ ਮੁਕਰਿਆ ਤੇ ਕਿੰਨੇ ਬਚਨਾਂ ਨੂੰ ਪਾਲਿਆ ਹੈ। ਅੱਗੇ ਮਹਾਰਾਜ ਲਿਖਦੇ ਨੇ ਔਰੰਗਜ਼ੇਬ ਨੂੰ, ਸ਼ੁਮਾਰਾ ਚੋ ਫਰਜ਼ ਅਸਤ ਕਾਰੇ ਕੁਨੀ ਬਮੂਜ਼ਬ ਨਵਿਸ਼ਤਹ ਸ਼ੁਮਾਰੇ ਕੁਨੀ। ਸ਼ੁਮਾਰਾ ਤੇਰੇ ਤਾਈਂ, ਚੋ ਮੈਨੇ ਜੋ ਫਰਜ਼ ਅਸਤ ਫਰਜ਼ ਹੈ, ਕਾਰੇ ਕੁਨੀ ਕੰਮ ਕਰਨ ਵਾਸਤੇ। ਹੁਣ ਤੇਰਾ ਫਰਜ਼ ਬਣਦਾ ਹੈ ਔਰੰਗਜ਼ੇਬ ਕਿ ਤੂੰ ਜੋ ਵੀ ਕੰਮ ਕਰੇ ਬਮੂਜ਼ਬ ਨਵਿਸ਼ਤਹ, ਬਾ ਮੈਨੇ ਅਨੁਸਾਰ, ਨਵਿਸ਼ਤਹ ਮੈਨੇ ਲਿਖੇ, ਤੂੰ ਉਹਨੂੰ ਆਪਣੇ ਲਿਖੇ ਅਨੁਸਾਰ ਕਰੇ। ਸ਼ੁਮਾਰੇ ਦਾ ਅਰਥ ਦਾ ਗਿਣਤੀ ਭਾਵ ਨਿਰਣਾ ਕਰਕੇ ਕੁਨੀ ਕਰੇ। ਹੁਣ ਤੇਰਾ ਫਰਜ਼ ਇਹ ਬਣਦਾ ਹੈ ਕਿ ਜੋ ਵੀ ਤੂੰ ਕੰਮ ਕਰਨਾ ਹੈ ਉਹਨੂੰ ਆਪਣੇ ਲਿਖੇ ਅਨੁਸਾਰ ਵਿਚਾਰ ਕਰਕੇ ਤੇ ਨਿਰਣਾ ਕਰਕੇ ਕਰੇ। ਇਹ ਤੇਰਾ ਫਰਜ਼ ਬਣਦਾ ਹੈ। ਨਵਿਸ਼ਤਹ ਰਸੀਦੋ ਬਗੁਫਤਹ ਜ਼ੁਬਾਨ ਬਬਾਇਦ ਕੇ ਕਾਰ ਈ ਬਾਰਾਹਤ ਰਸਾਂ। ਨਵਿਸ਼ਤਹ ਇਹ ਲਿਖਿਆ ਹੋਇਆ, ਇਹ ਜਿਹੜਾ ਮਹਾਰਾਜ ਕਹਿੰਦੇ ਮੈਂ ਪੱਤਰ ਲਿਖ ਰਿਹਾ ਨਾ ਜ਼ਫਰਨਾਮਾ, ਰਸੀਦੋ ਇਹ ਤੇਰੇ ਪਾਸ ਪਹੁੰਚੇਗਾ। ਇਹ ਮੇਰਾ ਲਿਖਿਆ ਹੋਇਆ ਪੱਤਰ ਔਰੰਗਜ਼ੇਬ ਤੇਰੇ ਕੋਲ ਪਹੁੰਚੇਗਾ। ਬਗੁਫਤਹ ਜ਼ੁਬਾਨ ਤੇ ਜ਼ੁਬਾਨੀ ਵੀ ਭਾਈ ਦਇਆ ਸਿੰਘ ਤੈਨੂੰ ਕਹਿਣਗੇ। ਬਾਬਾਇਦ ਚਾਹੀਦਾ ਹੈ ਕਿ ਕਾਰ ਈ ਇਹ ਜਿਹੜਾ ਕੰਮ ਹੈ ਤੂੰ ਸੁਖਾਂ ਨਾਲ ਕਰੇ। ਰਸਾਂ ਮੈਨੇ ਪਹੁੰਚਾ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਔਰੰਗਜ਼ੇਬ ਇਹ ਲਿਖਿਆ ਹੋਇਆ ਜ਼ਫਰਨਾਮਾ ਮੇਰਾ ਪੱਤਰ ਤੇਰੇ ਕੋਲ ਪਹੁੰਚੇਗਾ
ਭਾਈ ਦਇਆ ਸਿੰਘ ਤੈਨੂੰ ਜ਼ੁਬਾਨੀ ਵੀ ਕਹਿ ਦੇਣਗੇ। ਹੁਣ ਤੈਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਸੁੱਖ ਨਾਲ ਪੂਰਾ ਕਰੇ। ਭਾਵ ਆਪਣੀ ਜਿਹੜੀ ਤੂੰ ਕਸਮ ਖਾਧੀ ਹੈ ਨਾ, ਉਹਨੂੰ ਪੁਗਾ, ਉਹਨੂੰ ਪੂਰਾ ਕਰ। ਹੁਣ ਅੱਗੇ ਮਹਾਰਾਜ ਨੀਤੀ ਦੀ ਗੱਲ ਦੱਸਦੇ ਨੇ ਔਰੰਗਜ਼ੇਬ ਨੂੰ। ਐ ਔਰੰਗਜ਼ੇਬ ਸੁਣ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਹਮੂ ਮੈਨੇ ਉਹ, ਮਰਦ ਬਾਇਦ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਮਰਦ ਚਾਹੀਦਾ ਹੈ, ਸ਼ਬਦ ਸੁਖਨ ਵਰ। ਸ਼ਬਦ ਮੈਨੇ ਹੋਵੇ, ਸੁਖਨ ਮੈਨੇ ਬਚਨ, ਵਰ ਮੈਨੇ ਸ੍ਰੇਸ਼ਟ। ਸੰਸਾਰ ਵਿੱਚ ਉਹ ਮਰਦ ਚਾਹੀਦਾ ਹੈ ਜਿਹੜਾ ਆਪਣੇ ਕੀਤੇ ਹੋਏ ਕੌਲਾਂ ਨੂੰ, ਬਚਨਾਂ ਨੂੰ ਪੂਰਾ ਕਰਨ ਵਾਲਾ ਹੋਵੇ। ਮਤਲਬ ਉਹ ਬੰਦਾ ਚਾਹੀਦਾ ਸੰਸਾਰ ਵਿੱਚ ਜਿਹੜਾ ਮੁਕਰੇ ਨਾ ਬਚਨ ਕਰਕੇ। ਜਿਹਨੇ ਗੱਲ ਕਹਿ ਦਿੱਤੀ ਸੋ ਕਹਿ ਦਿੱਤੀ, ਉਸ ਗੱਲ ਨੂੰ, ਆਪਣੀ ਕਹੀ ਹੋਈ ਗੱਲ ਨੂੰ ਪੂਰਾ ਕਰੇ, ਅਥਵਾ ਸ੍ਰੇਸ਼ਟ ਬਚਨਾਂ ਨੂੰ ਬੋਲਣ ਵਾਲਾ ਹੋਵੇ। ਉਹ ਮਰਦ ਚਾਹੀਦਾ ਹੈ। ਤੂੰ ਕੋਈ ਮਰਦ ਹੈ? ਬਚਨ ਕਰਕੇ ਮੁਕਰ ਗਿਆ, ਬਚਨ ਕਹਿ ਕੇ ਮੁਕਰ ਗਿਆ, ਇਸ ਲਈ ਤੂੰ ਮਰਦ ਕਹਾਉਣ ਦਾ ਹੱਕਦਾਰ ਨਹੀਂ ਔਰੰਗਜ਼ੇਬ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ। ਮਹਾਰਾਜ ਕਹਿੰਦੇ ਉਹ ਬੰਦਾ ਨਹੀਂ ਚਾਹੀਦਾ ਸੰਸਾਰ ਵਿੱਚ, ਸ਼ਿਕਮੇ ਦਿਗਰ, ਜਿਹਦੇ ਪੇਟ ਵਿੱਚ ਕੁਝ ਹੋਰ ਹੋਵੇ, ਭਾਵ ਜਿਹਦੇ ਦਿਲ ਵਿੱਚ ਕੁਝ ਹੋਰ ਹੋਵੇ। ਦਰ ਦਹਾਨੇ ਦਿਗਰ, ਦਰ ਮੈਨੇ ਵਿੱਚ, ਦਹਾਨੇ ਮੈਨੇ ਮੁਖ ਦੇ, ਦਿਗਰ ਮੈਨੇ ਕੁਝ ਹੋਰ। ਜਿਹਦੇ ਪੇਟ ਵਿੱਚ ਤਾਂ ਕੁਝ ਹੋਵੇ ਤੇ ਮੁਖੋਂ ਕੁਝ ਹੋਰ ਹੀ ਬੋਲਦਾ ਹੋਵੇ, ਦਿਲ ਵਿੱਚ ਕੁਝ ਹੋਵੇ ਤੇ ਬਾਹਰੋਂ ਕੁਝ ਗੱਲਾਂ ਕਰਦਾ ਹੋਵੇ। ਔਰੰਗਜ਼ੇਬ ਇਹੋ ਜਿਹਾ ਬੰਦਾ ਦੁਨੀਆ ਵਿੱਚ ਨਹੀਂ ਚਾਹੀਦਾ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਅੰਦਰੋਂ ਬਾਹਰੋਂ ਬੰਦਾ ਇੱਕੋ ਜਿਹਾ ਚਾਹੀਦਾ ਹੈ। ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ ਆਪਾਂ ਬਾਣੀ ਵਿੱਚ, ਆਸਾ ਰਾਗ ਵਿੱਚ 488 ਅੰਗ ਤੇ। ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੁਖ ਵਿੱਚ ਕੁਝ ਹੋਰ ਹੈ, ਉਹ ਕੱਚੇ ਕਹੇ ਜਾਂਦੇ ਨੇ। ਅੰਦਰੋਂ ਬਾਹਰੋਂ ਇੱਕ ਹੋਵੇ ਬੰਦਾ, ਇਹ ਨਾ ਹੋਵੇ ਅੰਦਰ ਕੁਝ ਹੋਰ ਹੋਵੇ ਤੇ ਬਾਹਰ ਕੁਝ ਹੋਰ ਹੋਵੇ। ਬਾਹਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਵੇ ਤੇ ਅੰਦਰੋਂ ਅੰਦਰੀ ਕੈਂਚੀ ਚਲਾਉਂਦਾ ਹੋਵੇ। ਪਾਤਸ਼ਾਹ ਜੀ ਕਹਿੰਦੇ ਔਰੰਗਜ਼ੇਬ ਇਹੋ ਜਿਹਾ ਬੰਦਾ ਨਹੀਂ ਚਾਹੀਦਾ। ਕਿ ਕਾਜ਼ੀ ਮਰਾ ਗੁਫਤਾ ਬੇਰੂ ਨਿਯਮ, ਅਗਰ ਰਾਸਤੀ ਖੁਦ ਬਿਆਰੀ ਕਦਮ। ਔਰੰਗਜ਼ੇਬ ਜੋ ਤੇਰੇ ਕਾਜ਼ੀ ਨੇ, ਮਰਾ ਗੁਫਤਾ, ਉਹ ਮੈਨੂੰ ਇਹ ਗੱਲ ਕਹਿੰਦੇ ਨੇ ਬੇਰੂ ਨਿਯਮ, ਬੇਰੂ ਮੈਨੇ ਬਾਹਰ, ਨਿਯਮ ਮੈਨੇ ਨਹੀਂ। ਤੇਰੇ ਕਾਜ਼ੀ ਮੈਨੂੰ ਇਹ ਗੱਲ ਕਹਿੰਦੇ ਨੇ, ਇਸ ਤਰ੍ਹਾਂ ਕਹਿੰਦੇ ਨੇ ਵੀ ਸਾਡਾ ਕਹਿਣਾ ਲਿਖਣਾ ਬਾਦਸ਼ਾਹ ਦੇ ਹੁਕਮ ਤੋਂ ਬਾਹਰ ਨਹੀਂ ਹੈ। ਤੇਰੇ ਕਾਜ਼ੀ ਇਹ ਗੱਲ ਕਹਿੰਦੇ ਨੇ ਵੀ ਅਸੀਂ ਔਰੰਗਜ਼ੇਬ ਦੇ ਹੁਕਮ ਤੋਂ ਬਾਹਰ ਨਹੀਂ ਹਾਂ। ਅਗਰ ਰਾਸਤੀ, ਅਗਰ ਜੇਕਰ ਰਾਸਤੀ, ਇਸ ਗੱਲ ਦੇ ਵਿੱਚ ਸਚਾਈ ਹੈ, ਜੇ ਇਹ ਗੱਲ ਸੱਚੀ ਹੈ, ਖੁਦ ਬਿਆਰੀ ਕਦਮ, ਬਿਆਰੀ ਮੈਨੇ ਲੈ ਕੇ ਆ, ਕਦਮ ਮੈਨੇ ਆਪਣੇ ਪੈਰਾਂ ਨੂੰ, ਤਾਂ ਆਪਣੇ ਕਦਮਾਂ ਨੂੰ ਖੁਦ ਸਾਡੇ ਕੋਲ ਲੈ ਕੇ ਆ। ਕਿਉਂਕਿ ਤੇਰੇ ਕਾਜ਼ੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਤਾਂ ਬਾਦਸ਼ਾਹ ਦੇ ਹੁਕਮ ਵਿੱਚ ਹੀ ਲਿਖਦੇ ਹਾਂ, ਉਹਦੇ ਹੁਕਮ ਵਿੱਚ ਹੀ ਕਹਿੰਦੇ ਹਾਂ। ਜੇ ਇਹ ਗੱਲਾਂ ਸੱਚੀਆਂ ਨੇ ਤਾਂ ਔਰੰਗਜ਼ੇਬ ਤੂੰ ਆਪ ਚੱਲ ਕੇ ਆ ਮੇਰੇ ਕੋਲ, ਇੱਥੇ ਆ ਦੀਨੇ, ਮੈਂ ਇੱਥੇ ਬੈਠਾ ਹੋਇਆ ਹਾਂ, ਤੂੰ ਛੇਤੀ ਆ ਮੇਰੇ ਕੋਲ। ਤੁਰਾ ਗਰਬ ਬਾਇਦ ਬਕੌਲੇ ਕੁਰਾਂ, ਬਨਿਜ਼ਦੇ ਸ਼ੁਮਾਰਾ ਰਸਾਨਦ ਹੁਮਾ। ਤੁਰਾਗਰ, ਜੇਕਰ ਤੂੰ ਬੁਬਾਇਦ ਚਾਹੁੰਦਾ ਹੈ, ਬਾ ਕੌਲੇ ਕੁਰਾਂ, ਵੀ ਜਿਹੜੀ ਕੁਰਾਨ ਦੀ ਕਸਮ ਖਾਧੀ ਨਾ, ਸੁਗੰਧ ਖਾਧੀ, ਉਹਦੇ ਨਾਲ ਆਵਾਂ। ਜੇਕਰ ਤੂੰ ਕੁਰਾਨ ਦੀ ਸਹੁੰ ਦੇ ਨਾਲ ਆਉਣਾ ਚਾਹੁੰਦਾ ਹੈ, ਬਨਿਜ਼ਦੇ ਸ਼ੁਮਾਰਾ ਰਸਾਨਦ ਹੁਮਾ। ਬਨਿਜ਼ਦੇ ਮੈਨੇ ਨੇੜੇ, ਕੋਲ, ਸ਼ੁਮਾਰਾ ਤੇਰੇ ਕੋਲ, ਤੇਰੇ ਤਾਈਂ, ਰਸਾਨਦ ਪਹੁੰਚਾ ਦਿੰਦੇ ਹਾਂ, ਹੁਮਾ ਮੈਨੇ ਉਹ। ਜੇ ਤੂੰ ਚਾਹੁੰਦਾ ਹੈ ਵੀ ਜਿਸ ਕਾਗਜ਼ ਤੇ ਕੌਲ ਕੀਤੇ, ਸੁਗੰਧ ਖਾਧੀ, ਸੋਹਾਂ ਖਾਧੀਆਂ ਲਿਖਤੀ ਰੂਪ ਵਿੱਚ, ਮਹਾਰਾਜ ਕਹਿੰਦੇ ਜੇ ਉਹਦੇ ਸਮੇਤ ਤੂੰ ਆਉਣਾ ਚਾਹੁੰਦਾ ਹੈ ਤਾਂ ਤੇਰੇ ਕੋਲ, ਭਾਵ ਤੇਰੀ ਲਿਖੀ ਹੋਈ ਕਸਮ ਤੇਰੇ ਪਾਸ ਪਹੁੰਚਾ ਦਿੰਦੇ ਹਾਂ, ਤੂੰ ਆ ਤੇ ਸਹੀ।
ਆਪਾਂ ਸਾਹਮਣੇ ਬੈਠੀਏ ਇੱਕ ਦੂਜੇ ਦੇ, ਮਿਲ ਕੇ ਗੱਲਾਂ ਕਰੀਏ। ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁਨਦ, ਵਜ਼ਾ ਪਸ ਮੁਲਾਕਾਤ ਬਾਹਮ ਸ਼ਬਦ। ਕਿ ਮੈਨੇ ਜੋ ਤਸ਼ਰੀਫ ਸਤਕਾਰ ਬੋਧਕ ਸ਼ਬਦ ਹੈ, ਤਸ਼ਰੀਫ ਲਿਆਉਣੀ, ਆਉਣਾ। ਦਰ ਮੈਨੇ ਵਿੱਚ, ਕਸਬਾ ਜਿਹੜਾ ਕਸਬਾ ਛੋਟਾ ਜਿਹਾ ਸ਼ਹਿਰ ਹੈ, ਕਾਂਗੜ, ਇਹ ਕਾਂਗੜ ਦੀਨੇ ਲਾਗੇ, ਕੁਨਦ ਕਰੇ। ਮਹਾਰਾਜ ਕਲਗੀਧਰ ਜੀ ਕਹਿਣ ਲੱਗੇ ਕਸਬਾ ਭਾਵ ਛੋਟਾ ਸ਼ਹਿਰ ਜੋ ਕਾਂਗੜ ਹੈ, ਉਸ ਕਾਂਗੜ ਦੇ ਅੰਦਰ ਜੇ ਤੂੰ ਆਉਣਾ ਕਰੇ। ਵਜ਼ਾਂ ਪਸ ਮੁਲਾਕਾਤ, ਵਜ਼ਾਂ ਫਿਰ ਇਸ ਤੋਂ ਪਿੱਛੋਂ ਆਪਣੀ ਦੋਹਾਂ ਦੀ ਆਪਸ ਵਿੱਚ ਮੁਲਾਕਾਤ ਹੋ ਜਾਵੇਗੀ। ਭਾਵ ਜੇ ਤੂੰ ਕਾਂਗੜ ਆਉਣਾ ਚਾਹੁੰਦਾ ਹੈ, ਇੱਥੇ ਦੀਨੇ ਤਸ਼ਰੀਫ ਲੈ ਕੇ ਆ ਔਰੰਗਜ਼ੇਬ, ਜਦੋਂ ਤੂੰ ਇੱਥੇ ਆਵੇਂਗਾ ਇਸ ਤੋਂ ਪਿੱਛੋਂ ਸਾਡੀ ਆਪੋ ਵਿੱਚ ਮੁਲਾਕਾਤ ਹੋ ਜਾਵੇਗੀ। ਨਾ ਜ਼ਰਹਾ ਦਰੀ ਰਾਹ ਖਤਰਾ ਤੁਰਾਸਤ, ਹਮਹਾ ਕੌਮ ਬੈਰਾੜ ਹੁਕਮੇ ਮਰਾਸਤ। ਤੇ ਜੇ ਔਰੰਗਜ਼ੇਬ ਤੂੰ ਕਹੇ ਕਿ ਇੱਥੇ ਮਾਲਵੇ ਵਿੱਚ ਆਉਣ ਲਈ ਮੇਰੇ ਲਈ ਬੜਾ ਵੱਡਾ ਖਤਰਾ ਹੈ, ਇੱਥੇ ਤੁਹਾਡੇ ਸਿੱਖ ਵਸਦੇ ਨੇ, ਮੇਰੇ ਤੇ ਹਮਲਾ ਕਰਨਗੇ, ਮੇਰੇ ਤੇ ਹਮਲਾਵਰ ਹੋਣਗੇ, ਤਾਂ ਮਹਾਰਾਜ ਕਹਿਣ ਲੱਗੇ ਨਾ ਮੈਨੇ ਨਹੀਂ, ਜ਼ਰਹਾ ਰੰਤਕ ਮਾਤਰ, ਦਰੀ ਇਸ ਅੰਦਰ, ਰਾਹੇ ਰਸਤੇ, ਖਤਰਾ ਮੈਨੇ ਖਤਰਾ, ਤੁਰਾਸਤ ਮੈਨੇ ਤੇਰੇ ਤਾਈ। ਪਾਤਸ਼ਾਹ ਜੀ ਕਹਿਣ ਲੱਗੇ ਔਰੰਗਜ਼ੇਬ ਇਸ ਰਸਤੇ ਦੇ ਅੰਦਰ ਆਉਣ ਵਾਸਤੇ ਤੇਰੇ ਤਾਈ ਰੰਚਕ ਭਰ ਵੀ ਡਰ ਨਹੀਂ ਹੈ। ਕਿਉਂ? ਹਮਾ ਮੈਨੇ ਸਾਰੀ ਕੌਮ ਬੈਰਾੜ, ਸਾਰੀ ਇਸ ਮਾਲਵੇ ਦੇਸ਼ ਦੀ ਜਿਹੜੀ ਬੈਰਾੜ ਕੌਮ ਹੈ, ਹੁਕਮੇ ਮਰਾਸਤ, ਮਰਾਸਤ ਮੈਨੇ ਮੇਰੇ, ਉਹ ਮੇਰੇ ਹੁਕਮ ਦੇ ਵਿੱਚ ਹੈ। ਕਿਉਂਕਿ ਔਰੰਗਜ਼ੇਬ ਨੂੰ ਡਰ ਸੀ ਵੀ ਜੇ ਮੈਂ ਇੱਥੇ ਆਵਾਂ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਹੁਤ ਸਿੱਖ ਵਸਦੇ ਨੇ, ਮੇਰੇ ਤੇ ਹਮਲਾ ਨਾ ਕਰ ਦੇਣ, ਕਿਤੇ ਮੈਨੂੰ ਮਾਰ ਨਾ ਦੇਣ, ਘੇਰ ਨਾ ਲੈਣ। ਮਹਾਰਾਜ ਕਹਿੰਦੇ ਇਸ ਰਸਤੇ ਵਿੱਚ ਆਉਣ ਵਾਸਤੇ ਕੋਈ ਡਰ ਨਹੀਂ ਹੈ ਤੈਨੂੰ। ਉਹਦਾ ਕਾਰਨ ਇਹ ਹੈ ਕਿ ਇਸ ਮਾਲਵੇ ਦੇਸ਼ ਦੀ ਸਾਰੀ ਬੈਰਾੜ ਕੌਮ ਉਹ ਮੇਰੇ ਹੁਕਮ ਵਿੱਚ ਹੈ। ਜਿੱਦਾਂ ਮੈਂ ਕਹਾਂਗਾ ਉਸੇ ਤਰ੍ਹਾਂ ਇਹ ਸਾਰੇ ਮਾਲਵੇ ਦੇ ਕਰਨਗੇ। ਬਿਆਤਾ ਬਾਮਨ ਖੁਦ ਜ਼ੁਬਾਨੀ ਕੁਨੇਮ, ਬਾਰੋਏ ਸ਼ੁਮਾ ਮਿਹਰਬਾਨੀ ਕੁਨੇਮ। ਬਿਆਤਾ, ਬਿਆ ਮੈਨੇ ਆ ਤਾਂ ਸਹੀ। ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਮੇਰੇ ਕੋਲ ਆ ਤਾਂ ਸਹੀ, ਬਾ ਮਨ ਖੁਦ ਜ਼ੁਬਾਨੀ ਕੁਨੇਮ। ਤੇ ਆਪਾਂ ਦੋਵੇਂ ਸਾਹਮਣੇ ਇੱਕ ਦੂਜੇ ਦੇ ਬੈਠ ਕੇ ਖੁਦ ਆਪਸ ਵਿੱਚ ਜ਼ੁਬਾਨ ਦੇ ਨਾਲ ਗੱਲਾਂ ਬਾਤਾਂ ਕਰੀਏ ਇੱਕ ਦੂਜੇ ਦੇ ਨਾਲ। ਬਾ ਰੋਏ ਸ਼ੁਮਾ, ਬਾ ਮੈਨੇ ਉੱਪਰ, ਰੋਏ ਮੈਨੇ ਮੂੰਹ, ਸ਼ੁਮਾ ਮੈਨੇ ਤੇਰੇ। ਮਹਾਰਾਜ ਕਹਿੰਦੇ ਤੂੰ ਆ ਸਾਹਮਣੇ ਬੈਠ ਤੇ ਫਿਰ ਤੇਰੇ ਮੂੰਹ ਉੱਤੇ ਮਿਹਰਬਾਨੀ ਕੁਨੇਮ, ਜੇ ਤੂੰ ਭੁੱਲ ਮੰਗੇਗਾ, ਗਲਤੀ ਨੂੰ ਬਖਸ਼ਾਉਣਾ ਚਾਹੇਗਾ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਔਰੰਗਜ਼ੇਬ ਫਿਰ ਤੇਰੇ ਤੇ ਮਿਹਰਬਾਨੀ ਕਰ ਦੇਵਾਂਗੇ, ਤੇਰੀ ਭੁੱਲ ਮੁਆਫ ਕਰ ਦੇਵਾਂਗੇ। ਤੂੰ ਆ ਤੇ ਸਹੀ, ਮਿਲ ਕੇ ਬੈਠ ਕੇ ਆਪਾਂ ਗੱਲਾਂ ਤਾਂ ਕਰੀਏ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ, ਬਚਨਾਂ ਤੋਂ ਕੌਣ ਮੁਕਰਿਆ, ਆਪਣੇ ਕੀਤੇ ਅਹਿਦ ਤੋਂ ਕੌਣ ਭੱਜਿਆ। ਤੂੰ ਸਾਹਮਣੇ ਬੈਠ ਕੇ ਮੇਰੇ ਨਾਲ ਮੁਲਾਕਾਤ ਤੇ ਕਰ, ਗੱਲਾਂ ਤੇ ਕਰ, ਫਿਰ ਪਤਾ ਲੱਗੇਗਾ ਸੱਚਾਈ ਦਾ ਤੇ ਝੂਠ ਦਾ। ਅੱਗੇ ਮਹਾਰਾਜ ਕਹਿਣ ਲੱਗੇ ਯਕੇ ਅਸਪ ਸ਼ਾਇਸ਼ਤਏ ਯਕ ਹਜ਼ਾਰ, ਬਿਆਤਾ ਬਗੀਰੀ ਬਮਨ ਦਿਆਰ। ਯਕੇ ਮੈਨੇ ਇੱਕ, ਅਸਪ ਮੈਨੇ ਘੋੜਾ, ਸ਼ਾਇਸ਼ਤਏ ਚੰਗਾ ਸੋਹਣਾ ਸੁੰਦਰ, ਯਕ ਹਜ਼ਾਰ 1000 ਮੁੱਲ ਦਾ। ਜੇ ਤੂੰ ਆਉਣਾ ਚਾਹੁੰਦਾ ਹੈ ਤੇ ਇੱਕ ਚੰਗਾ ਘੋੜਾ 1000 ਮੁੱਲ ਦਾ ਲੈ ਕੇ ਨਜ਼ਰਾਨੇ ਵਜੋਂ ਮੇਰੇ ਪਾਸ ਆ। ਵਿਆਹ ਤਾਂ ਆ ਤਾਂ ਸਹੀ, ਬਗੀਰੀ ਮੈਨੇ ਲੈ ਲੈ, ਬਾ ਮਨ ਦਿਆਰ, ਇਸ ਦਿਆਰ ਦੇਸ਼ ਨੂੰ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਐ ਔਰੰਗਜ਼ੇਬ 1000 ਮੁੱਲ ਦਾ ਚੰਗਾ ਘੋੜਾ ਲੈ ਕੇ ਆ, ਨਜ਼ਰਾਨੇ ਵਜੋਂ ਪੇਸ਼ ਕਰ। ਇਹਦਾ ਕਾਰਨ ਇਹ ਨਹੀਂ ਸੀ ਵੀ ਮਹਾਰਾਜ ਘੋੜਾ ਮੰਗਣਾ ਚਾਹੁੰਦੇ ਸਨ, ਕਿਉਂਕਿ ਉਸ ਸਮੇਂ ਪਾਤਸ਼ਾਹਾਂ ਦੇ ਪਾਤਰ ਇੱਕ ਚੰਗਾ ਘੋੜਾ ਹੁੰਦਾ ਸੀ, ਪਾਤਸ਼ਾਹ ਨੂੰ ਪੇਸ਼ ਕੀਤਾ ਜਾਂਦਾ ਸੀ ਤੇ ਪਾਤਸ਼ਾਹ ਖੁਸ਼ ਹੋ ਕੇ ਉਸ ਨੂੰ ਜਾਗੀਰ ਬਖਸ਼ ਦਿੰਦਾ ਸੀ। ਮਹਾਰਾਜ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਤੂੰ ਜੇ ਇਸ ਇਲਾਕੇ ਦਾ ਰਾਜ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਇਹ ਇਲਾਕਾ ਜਿਹੜੀ ਇੱਥੋਂ ਦੀ ਸਾਰੀ ਬੈਰਾੜ ਕੌਮ ਤੇਰੇ ਤੋਂ ਆਕੀ ਹੋਈ ਬੈਠੀ ਹੈ,
ਇਥੋਂ ਦਾ ਵੀ ਰਾਜ ਲੈ ਲੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਯਕੇ ਅਸਪ ਸ਼ਾਇਸ਼ਤਏ ਯਕ ਹਜ਼ਾਰ ਬਿਆਤਾ ਬਗੀਰੀ ਬਬਨ ਈਂਦਿਆਰ। ਇਹਦਾ ਅਰਥ ਵਿਦਵਾਨ ਇਸ ਤਰ੍ਹਾਂ ਵੀ ਕਰਦੇ ਨੇ, ਯਕੇ ਅਸਪ ਸ਼ਾਇਸ਼ਤਏ ਯਕ ਹਜ਼ਾਰ, ਕੇਵਲ ਘੋੜੇ ਚੰਗੇ 1000 ਨਾਲ ਲੈ ਕੇ ਆਵੀਂ, ਇਸ ਤੋਂ ਵੱਧ ਲੈ ਕੇ ਨਾ ਆਵੀਂ ਜੋ ਲੋਕ ਵੇਖ ਕੇ ਘਬਰਾ ਨਾ ਜਾਣ। ਤੂੰ ਆ ਤਾਂ ਸਹੀ ਮੇਰੇ ਕੋਲ, ਤੇ ਇਸ ਸਾਰੇ ਦੇਸ਼ ਦੀ ਬਾਦਸ਼ਾਹੀ ਲੈ ਲੈ। ਭਾਵ ਇਹ ਦੇਸ਼ ਬੈਰਾਣਾ ਸਿੱਖਾਂ ਦਾ ਜੋ ਹਮੇਸ਼ਾ ਤੇਰੇ ਪਾਸੋਂ ਆਕੀ ਰਹਿੰਦਾ ਹੈ, ਇਸ ਨੂੰ ਤੂੰ ਲੈ ਲੈ, ਆ ਮੇਰੇ ਨਾਲ ਮੁਲਾਕਾਤ ਕਰ। ਸ਼ਹਿਨਸ਼ਾਹੇ ਰਾ ਬੰਦਹੇ ਚਾਕਰੇਮ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਜੋ ਪਰਮਾਤਮਾ ਹੈ, ਰਾ ਦੇ ਬੰਦਹੇ ਸੇਵਕ, ਚਾਕਰੇਮ ਚਾਕਰ। ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ ਬਾਦਸ਼ਾਹਾਂ ਦਾ ਬਾਦਸ਼ਾਹ ਜੋ ਪਰਮੇਸ਼ਰ ਹੈ, ਅਸੀਂ ਉਹਦੇ ਚਾਕਰ ਹਾਂ, ਉਹਦੇ ਬੰਦੇ ਹਾਂ, ਉਹਦੇ ਸੇਵਕ ਹਾਂ। ਅਗਰ ਹੁਕਮ ਆਇਦ, ਅਗਰ ਜੇਕਰ ਪਰਮਾਤਮਾ ਦਾ ਹੁਕਮ ਸਾਡੇ ਤਾਈਂ ਆ ਗਿਆ, ਜੇ ਉਸ ਮਾਲਕ ਦਾ ਹੁਕਮ ਆ ਗਿਆ, ਬਾ ਜਾਂ ਹਾਜ਼ਰੇਮ, ਬਾ ਮੈਨੇ ਨਾਲ, ਜਾਂ ਮੈਨੇ ਜਾਨ ਦੇ, ਤੇ ਮੈਂ ਆਪਣੀ ਜਾਨ ਦੇ ਸਮੇਤ ਹਾਜ਼ਰ ਹਾਂ ਜੇ ਉਹਦਾ ਹੁਕਮ ਆ ਗਿਆ। ਅਗਰਚੇ ਬੇਆਮਦ ਬਫੁਰਮਾਨ ਮਨ, ਅਗਰਚੇ ਜੇਕਰ ਬੇਆਯਦ ਆ ਜਾਵੇ, ਬਾ ਮੈਨੇ ਉੱਪਰ, ਫੁਰਮਾਨ ਹੁਕਮ, ਮਨ ਮੈਨੇ ਮੇਰੇ, ਜੇਕਰ ਮੇਰੇ ਉੱਪਰ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਆ ਜਾਏ, ਹਜੂਰ ਤਾ ਬੇਆਯਮ ਹਮਹਾਂ ਜਾਨ ਤਨ, ਹਜੂਰ ਮੈਨੇ ਪਾਸ, ਤਾ ਮੈਨੇ ਤੇਰੇ, ਬੇਆਯਮ ਮੈਨੇ ਆਈਏ, ਹਮਾ ਮੈਨੇ ਸਾਰੇ, ਜਾਨ ਤਨ ਦੇ ਨਾਲ। ਜੇ ਉਸ ਮਾਲਕ ਪਰਮਾਤਮਾ ਦਾ ਹੁਕਮ ਮੇਰੇ ਉੱਪਰ ਆ ਜਾਵੇ, ਤਾਂ ਐ ਔਰੰਗਜ਼ੇਬ ਮੈਂ ਤੇਰੇ ਸਾਹਮਣੇ ਜਾਨ ਤੇ ਸਰੀਰ ਲੈ ਕੇ ਆਵਾਂਗਾ। ਅੱਗੇ ਲਿਖਦੇ ਨੇ ਮਹਾਰਾਜ, ਅਗਰ ਤੋ ਬਯਜ਼ਦਾਂ ਪਰਸਤੀ ਕੁਨੀ, ਬਕਾਰੇ ਮਰਾਈ ਨ ਸੁਸਤੀ ਕੁਨੀ। ਅਗਰ ਤੋਂ, ਅਗਰ ਜੇਕਰ, ਤੋ ਮੈਨੇ ਤੂੰ, ਬਯਜ਼ਦਾਂ ਮੈਨੇ ਪਰਮਾਤਮਾ, ਪਰਸਤੀ ਕੁਨੀ ਉਹਦੀ ਪੂਜਾ ਕਰਨ ਵਾਲਾ ਹੈ। ਜੇਕਰ ਔਰੰਗਜ਼ੇਬ ਤੂੰ ਪਰਮਾਤਮਾ ਦਾ ਪੂਜਨ ਕਰੇ ਅਥਵਾ ਵਾਹਿਗੁਰੂ ਦੀ ਪ੍ਰਸਤੀ ਪਛਾਣ ਕਰਨ ਵਾਲਾ ਹੋਵੇਂ, ਬਾ ਕਾਰੇ ਮਰਾਈ, ਬਾ ਮੈਨੇ ਵਿੱਚ, ਕਾਰੇ ਮੈਨੇ ਕੰਮ, ਮਰਾ ਮੈਨੇ ਮੇਰੇ, ਈ ਮੈਨੇ ਇਸ, ਤਾਂ ਮੇਰੇ ਇਸ ਕੰਮ ਦੇ ਵਿੱਚ ਨਾ ਸੁਸਤੀ ਕੁਨੀ, ਨਾ ਮੈਨੇ ਨਹੀਂ ਸੁਸਤੀ, ਮੈਨੇ ਆਲਸ ਕੁਨੀ ਮੈਨੇ ਕਰੇ, ਫਿਰ ਤੂੰ ਮੇਰੇ ਇਸ ਕੰਮ ਵਿੱਚ ਆਲਸ ਨਾ ਕਰੇ। ਅਗਰ ਤੋ ਬਜਸਦਾ ਪਰਸਤੀ ਕੁਨੀ, ਬਕਾਰੇ ਮਰਾ ਈ ਨਾ ਸੁਸਤੀ ਕੁਨੀ, ਜੇ ਤੂੰ ਸੱਚਮੁੱਚ ਹੀ ਪਰਮੇਸ਼ਰ ਨੂੰ ਪਛਾਣਨ ਵਾਲਾ ਹੈ, ਜੇ ਸੱਚਮੁੱਚ ਹੀ ਤੂੰ ਈਮਾਨ ਪ੍ਰਸਤ ਹੈ, ਤਾਂ ਇਸ ਮੇਰੇ ਕੰਮ ਵਿੱਚ ਤੂੰ ਆਲਸ ਨਾ ਕਰੀ। ਭਾਵ ਸਾਨੂੰ ਛੇਤੀ ਉੱਤਰ ਦੇਵੇਂ ਇਹਨਾਂ ਗੱਲਾਂ ਦਾ ਜਿਹੜੀਆਂ ਮੈਂ ਲਿਖੀਆਂ ਨੇ। ਬਾਬਾਇਦ ਕੇ ਯਜ਼ਦਾ ਸ਼ਨਾਸ਼ੀ ਕੁਨੀ, ਨਾ ਗੁਫਤਹਾ ਕਸ਼ਾ ਕਸ਼ ਖਰਾਸ਼ੀ ਕੁਨੀ। ਔਰੰਗਜ਼ੇਬ, ਬਾਬਾਇਦ ਤੈਨੂੰ ਚਾਹੀਦਾ ਹੈ ਕਿ ਜੋ ਯਜ਼ਦਾ ਪਰਮੇਸ਼ਰ ਹੈ, ਸ਼ਨਾਸ਼ੀ ਉਹਦੀ ਪਛਾਣ ਕਰੇ। ਔਰੰਗਜ਼ੇਬ ਤੈਨੂੰ ਚਾਹੀਦਾ ਹੈ ਤੂੰ ਪਰਮਾਤਮਾ ਦੀ ਪਛਾਣ ਕਰੇ, ਖੁਦਾ ਨੂੰ ਪਛਾਣੇ। ਨਾ ਗੁਫਤਹਾ, ਨਾ ਮੈਨੇ ਤੈਨੂੰ ਨਹੀਂ ਚਾਹੀਦਾ, ਗੁਫਤਹਾ ਕਸ਼ਾ ਕਿਸੇ ਦੇ ਗੁਫਤਾ ਕਹਿਣ ਤੇ, ਕਸ਼ ਕਿਸੇ ਨੂੰ, ਖਰਾਸ਼ੀ ਕੁਨੀ ਖਰਾਸ਼ਣਾ ਕਰਨਾ ਮਤਲਬ ਛਿਲਣਾ ਕਰਨਾ। ਤੈਨੂੰ ਇਹ ਨਹੀਂ ਚਾਹੀਦਾ ਵੀ ਤੂੰ ਕਿਸੇ ਦੇ ਕਹੇ ਤੇ ਕਿਸੇ ਨੂੰ ਦੁੱਖ ਦੇਵੇਂ, ਕਿਉਂਕਿ ਤੂੰ ਕਿਸੇ ਦੀਆਂ ਕਈਆਂ ਗੱਲਾਂ ਦੇ ਵਿੱਚ ਆ ਕੇ ਦੁੱਖ ਦੇਣਾ ਹੈ। ਹਕੀਕਤ ਇਹ ਸੀ ਕਿ ਔਰੰਗਜ਼ੇਬ ਦੇ ਕੋਲ ਕੁਝ ਤਵਸਬੀ ਕਾਜੀ ਮੁਲਾਣੇ ਰਹਿੰਦੇ ਸਨ, ਜੋ ਹਰ ਸਮੇਂ ਉਹਨੂੰ ਚੁੱਕਣਾ ਦੇਈ ਜਾਂਦੇ ਸਨ, ਤੇ ਉਹਨਾਂ ਦੀਆਂ ਚੁੱਕਣਾ ਵਿੱਚ ਆ ਕਰਕੇ ਔਰੰਗਜ਼ੇਬ ਬਹੁਤ ਕੁਝ ਧਰਮ ਤੋਂ ਉਲਟ ਕਰਦਾ ਰਿਹਾ। ਤੋ ਉਹ ਬਚਨ ਮਹਾਰਾਜ ਕਹਿ ਰਹੇ ਨੇ, ਔਰੰਗਜ਼ੇਬ ਤੂੰ ਪਰਮਾਤਮਾ ਦੀ ਪਛਾਣ ਕਰ ਤੇ ਕਿਸੇ ਦੇ ਕਹਿਣ ਤੇ ਕਿਸੇ ਨੂੰ ਤੂੰ ਦੁੱਖ ਨਾ ਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਸਾਧ ਸੰਗਤ ਜ਼ਫਰਨਾਮੇ ਦੇ ਵਿੱਚ ਲਿਖ ਰਹੇ ਨੇ, ਜਿੱਤ ਦੀ ਚਿੱਠੀ ਲਿਖ ਰਹੇ ਨੇ ਜ਼ਫਰਨਾਮੇ ਵਿੱਚ। ਇੱਥੋਂ ਤੱਕ ਆਪਾਂ 65 ਬੈਂਤਾਂ ਦੀ ਜਿਹੜੀ ਵਿਚਾਰ ਕੀਤੀ ਹੈ। ਸਤਿਗੁਰਾਂ ਨੇ ਜੋ ਜ਼ਫਰਨਾਮਾ ਭੇਜਿਆ ਸੀ ਮੂਲ ਉਹ ਫਾਰਸੀ ਵਿੱਚ ਸੀ, ਤੋ ਇਹ ਜਦੋਂ ਮੂਲ ਪਾਠ ਕਰਦੇ ਹਾਂ ਆਮ ਸੰਗਤ ਦੇ ਸਮਝ ਦੇ ਵਿੱਚ ਨਹੀਂ ਪੈਂਦਾ, ਤੋ ਇਹਦੇ ਅਰਥ
ਪੜ੍ਹਨ ਲੱਗਿਆਂ ਵਿਚਾਰਨ ਲੱਗਿਆਂ ਆਪਾਂ ਸਾਰਿਆਂ ਨੂੰ ਫਿਰ ਸਮਝ ਪੈ ਜਾਂਦੀ ਹੈ। ਸੁਖ ਹੈ ਨਹੀਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਗਲੇਰੀ ਕੱਲ੍ਹ ਤੇ ਪਰਸੋਂ 2 ਦਿਨਾਂ ਦੇ ਵਿੱਚ ਆਪਾਂ 111 ਬੈਂਤਾਂ ਤੱਕ ਜਿਹੜੀ ਪਹਿਲੀ ਹਕਾਇਤ ਹੈ ਜ਼ਫਰਨਾਮੇ ਦੀ ਉਹ ਵਿਚਾਰ ਕਰਾਂਗੇ। ਉਸ ਤੋਂ ਬਾਅਦ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸੰਬੰਧਿਤ ਸੋ ਇੱਥੋਂ ਤੱਕ ਵਿਚਾਰਾਂ ਕਰਦੇ ਹਾਂ। ਭੁੱਲਾਂ ਦੀ ਮੁਆਫੀ ਬਖਸ਼ਣੀ ਸਾਹਿਬ ਨੇ ਕਿਰਪਾ ਕੀਤੀ ਹੈ। ਈਸਵੀ ਸਨ 2017 ਆਇਆ ਹੈ। ਸਿੱਖਿਆ ਆਪਾਂ ਸਾਰਿਆਂ ਨੂੰ ਇਹ ਲੈਣੀ ਚਾਹੀਦੀ ਹੈ ਕਿ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ। ਕਿ ਜ਼ਿੰਦਗੀ